ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ NRI ਵਰਡ ਦੇ ਵਿੱਚ। ਹਿਊਮਨ ਰਾਈਟਸ ਇਹ ਬਹੁਤ ਇੱਕ ਕਾਮਨ ਗੱਲ ਹੈ ਅੱਜ ਕੱਲ੍ਹ ਜੋ ਹਰ ਥਾਂ ਦੇ ਉੱਤੇ ਕੀਤੀ ਜਾ ਰਹੀ ਹੈ। ਬੜੀ ਡਿਸਕਸ਼ਨਸ ਹੋ ਰਹੀਆਂ ਨੇ, ਚਾਹੇ ਲੋਕਲ ਲੈਵਲ ਹੋਵੇ, ਚਾਹੇ ਨੈਸ਼ਨਲ ਲੈਵਲ ਹੋਵੇ, ਚਾਹੇ ਇੰਟਰਨੈਸ਼ਨਲ ਲੈਵਲ ਹੋਵੇ। ਇੱਥੋਂ ਤੱਕ ਕਿ ਘਰ ਦੇ ਵਿੱਚ ਵੀ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ। ਹਿਊਮਨ ਰਾਈਟਸ, ਮੇਰੇ ਰਾਈਟਸ। ਬਲਕਿ ਜੇ ਅਸੀਂ ਇੰਡੀਆ ਦੀ ਸੰਸਕ੍ਰਿਤੀ ਨੂੰ ਦੇਖੀਏ, ਇੰਡੀਆ ਦੇ ਕਲਚਰ ਨੂੰ ਦੇਖੀਏ, ਇੰਡੀਆ ਦੀਆਂ ਜਿਹੜੀਆਂ ਰਿਲੀਜੀਅਸ ਬੁੱਕਸ ਨੇ, ਪਵਿੱਤਰ ਗ੍ਰੰਥ ਨੇ, ਉਹਨਾਂ ਨੂੰ ਦੇਖੀਏ ਤਾਂ ਰਾਈਟਸ ਸਿਰਫ ਹਿਊਮਨਸ ਦੇ ਨਹੀਂ ਬਲਕਿ ਐਨੀਮਲ ਰਾਈਟਸ, ਬਰਡਸ ਦੇ ਰਾਈਟਸ, ਇੱਥੋਂ ਤੱਕ ਕਿ ਨੇਚਰ ਦੇ ਕੀ ਰਾਈਟਸ ਨੇ ਔਰ ਇਨਸਾਨ ਨੂੰ ਨੇਚਰ ਦਾ ਨੁਕਸਾਨ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਇਹ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਜਾਂਦਾ। ਸੋ ਰਾਈਟਸ ਹਰ ਜਗ੍ਹਾ ਨੇ। ਜੇ ਅਸੀਂ ਮਿਲ ਕੇ ਇੱਕ ਦੂਜੇ ਦੇ ਰਾਈਟਸ ਦਾ ਖਿਆਲ ਕਰੀਏ, ਇਹੀ ਸਾਡੀ ਡਿਊਟੀ ਬਣਦੀ ਹੈ। ਜੇ ਅਸੀਂ ਆਪਣੀ ਡਿਊਟੀ ਨਿਭਾਈਏ ਤਾਂ ਸਾਰਿਆਂ ਦੇ ਰਾਈਟਸ ਪ੍ਰੋਟੈਕਟ ਹੋ ਜਾਣਗੇ, ਸਾਰਿਆਂ ਦੇ ਰਾਈਟਸ ਦੀ ਰੱਖਿਆ ਹੋ ਜਾਵੇਗੀ। ਜੇ ਅਸੀਂ ਆਪਣੀ ਡਿਊਟੀ ਨਹੀਂ ਨਿਭਾਉਂਦੇ ਤਾਂ ਹਰੇਕ ਦੇ ਰਾਈਟਸ ਵਾਇਲੇਟ ਹੋਣਗੇ। ਔਰ ਸਾਡੀ ਡਿਊਟੀ ਕੀ ਆ? ਦੂਸਰੇ ਦੇ ਰਾਈਟਸ ਦਾ ਧਿਆਨ ਰੱਖਣਾ, ਦੂਸਰਾ ਸਾਡੇ ਰਾਈਟਸ ਦਾ ਧਿਆਨ ਰੱਖੇ, ਮਿਲ ਜੁਲ ਕੇ ਇੱਕ ਦੂਜੇ ਦੇ ਰਾਈਟਸ ਦਾ ਧਿਆਨ ਰੱਖੀਏ ਤਾਂ ਇਹ ਹੈ ਸਾਡੀ ਡਿਊਟੀ। ਤਾਂ ਸਾਰਿਆਂ ਦੇ ਰਾਈਟਸ ਤੇ ਸਾਰਿਆਂ ਦੀਆਂ ਡਿਊਟੀਜ਼ ਆਪਣੇ ਆਪ ਕਵਰ ਅਪ ਹੋ ਜਾਂਦੀਆਂ ਨੇ। ਤਾਂ ਜਿੱਥੇ ਇਹ ਗਲਤੀ ਹੁੰਦੀ ਹੈ ਕਿ ਸਿਰਫ ਆਪਣੇ ਰਾਈਟਸ ਨੂੰ ਅਸੀਂ ਦੇਖਦੇ ਹਾਂ, ਦੂਸਰੇ ਦੇ ਰਾਈਟਸ ਨੂੰ ਨਹੀਂ ਦੇਖਦੇ, ਦੂਸਰੇ ਦੇ ਰਾਈਟਸ ਨੂੰ ਵਾਇਲੇਟ ਕਰਦੇ ਹਾਂ, ਉੱਥੇ ਸਮੱਸਿਆ ਹੁੰਦੀ ਹੈ। ਫੋਰ ਐਗਜ਼ਾਮਪਲ, ਇੱਕ ਆਦਮੀ ਸੜਕ ਤੇ ਤੁਰਿਆ ਜਾ ਰਿਹਾ, ਉਹਦੇ ਪਿੱਛੇ ਪਿੱਛੇ ਇੱਕ ਹੋਰ ਆਦਮੀ ਤੁਰਿਆ ਜਾ ਰਿਹਾ। ਅੱਗੇ ਜਾਣ ਵਾਲਾ ਆਦਮੀ ਹੱਥ ਵਿੱਚ ਉਹਦੇ ਸਟਿਕ ਫੜੀ ਹੋਈ ਹੈ, ਉਹ ਸਟਿਕ ਨੂੰ ਘੁਮਾਈ ਜਾਂਦਾ ਘੁਮਾਈ ਜਾਂਦਾ ਘੁਮਾਈ ਜਾਂਦਾ। ਪਿੱਛੇ ਆਉਣ ਵਾਲਾ ਆਦਮੀ ਇਤਰਾਜ਼ ਕਰਦਾ, ਕਹਿੰਦਾ ਤੂੰ ਆਪਣੀ ਸੋਟੀ, ਆਪਣੀ ਸਟਿਕ ਨਾ ਘੁਮਾ। ਕਹਿੰਦਾ ਕਿਉਂ? ਮੈਂ ਇੱਕ ਆਜ਼ਾਦ ਦੇਸ਼ ਦਾ ਆਜ਼ਾਦ ਨਾਗਰਿਕ ਹਾਂ, ਸਭ ਕੁਝ ਕਰਨ ਵਾਸਤੇ ਆਜ਼ਾਦ ਹਾਂ। ਕਹਿੰਦਾ ਇਹ ਮੇਰਾ ਰਾਈਟ ਆ। ਕਹਿੰਦਾ ਬਿਲਕੁਲ ਤੇਰਾ ਰਾਈਟ ਹੈ, ਪਰ ਤੇਰਾ ਰਾਈਟ ਉੱਥੇ ਖਤਮ ਹੋ ਜਾਂਦਾ ਜਿੱਥੇ ਮੇਰੀ ਨੱਕ ਸ਼ੁਰੂ ਹੁੰਦੀ ਆ। ਤੂੰ ਸੋਟੀ ਕਮਾਉਣ ਵਾਸਤੇ ਫਰੀ ਆ, ਪਰ ਮੇਰੀ ਨੱਕ ਤੋੜਨ ਵਾਸਤੇ ਫਰੀ ਨਹੀਂ ਆ। ਮੇਰੀ ਨੱਕ ਤੋਂ ਆਪਣੀ ਸੋਟੀ ਦੂਰ ਰੱਖ ਜਾਂ ਫਿਰ ਘੁਮਾਣੀ ਬੰਦ ਕਰ। ਇਹ ਹੈ ਰਾਈਟਸ ਐਂਡ ਡਿਊਟੀਜ਼। ਸੋ ਇਹਦਾ ਆਪਾਂ ਚੈੱਕ ਐਂਡ ਬੈਲੈਂਸ ਕਿੱਦਾਂ ਰੱਖਣਾ, ਇਸ ਬਾਰੇ ਗੱਲਬਾਤ ਕਰਾਂਗੇ। ਚਾਹੇ ਛੋਟੀਆਂ ਛੋਟੀਆਂ ਗੱਲਾਂ ਹੋਣ, ਫੈਮਿਲੀ ਦੀਆਂ ਗੱਲਾਂ ਹੋਣ, ਘਰ ਦੇ ਵਿੱਚ ਵੀ ਅਸੀਂ ਇੱਕ ਦੂਜੇ ਦੇ ਰਾਈਟਸ ਨੂੰ ਵਾਇਲੇਟ ਕਰਦੇ ਹਾਂ। ਕਈ ਵਾਰ ਪਾਪਾ ਹਮੇਸ਼ਾ ਡੋਮੀਨੇਟ ਕਰਦੇ ਹੁੰਦੇ ਨੇ ਮੰਮੀ ਉੱਤੇ, ਬੱਚਿਆਂ ਉੱਤੇ। ਪਾਪਾ ਘਰ ਆਉਂਦੇ ਨੇ ਤਾਂ ਸਾਰੇ ਚੁੱਪ ਕਰਕੇ ਬਹਿ ਜਾਂਦੇ ਨੇ ਜਿਵੇਂ ਪਤਾ ਨਹੀਂ ਕਰਫਿਊ ਲੱਗ ਗਿਆ। ਸੋ ਇਹ ਚੀਜ਼ਾਂ ਧਿਆਨ 'ਚ ਰੱਖਣੀਆਂ ਨੇ। ਉਸੇ ਤਰ੍ਹਾਂ ਨੈਸ਼ਨਲ ਪੋਲਿਸੀਜ਼, ਸਟੇਟ ਦੀਆਂ ਪੋਲਿਸੀਜ਼, ਇੰਟਰਨੈਸ਼ਨਲ ਪੋਲਿਸੀਜ਼, ਫੋਰਨ ਪੋਲਿਸੀਜ਼, ਹਰੇਕ ਦੇ ਵਿੱਚ ਦੂਜੇ ਦੇ ਰਾਈਟਸ ਦਾ ਧਿਆਨ ਰੱਖਣਾ। ਭਾਵੇਂ ਬਿਜ਼ਨਸ ਹੋਵੇ, ਭਾਵੇਂ ਆਰਮੀ ਦੇ ਕੰਟਰੈਕਟਸ ਹੋਣ, ਭਾਵੇਂ ਕਲਚਰਲ ਐਕਟੀਵਿਟੀਜ਼ ਹੋਣ, ਦੂਸਰੇ ਦੇ ਰਾਈਟਸ ਦਾ ਧਿਆਨ ਰੱਖਦੇ ਹੋਏ ਜਦੋਂ ਆਪਾਂ ਤੁਰਦੇ ਹਾਂ ਤਾਂ ਕਿਤੇ ਕੋਈ ਵੀ ਵਾਇਲੇਸ਼ਨ ਨਹੀਂ ਹੁੰਦੀ, ਕਿਤੇ ਕੋਈ ਲੜਾਈ ਝਗੜਾ ਨਹੀਂ ਹੁੰਦਾ, ਸਮੂਥ ਹੁੰਦਾ ਸਭ ਕੁਝ। ਪਰ ਜਿੱਥੇ ਸਿਰਫ ਆਪਣੇ ਰਾਈਟਸ ਬਾਰੇ ਗੱਲ ਕਰਦੇ ਹਾਂ, ਦੂਸਰੇ ਦੇ ਰਾਈਟਸ ਬਾਰੇ ਗੱਲ ਹੀ ਨਹੀਂ ਕਰਦੇ, ਉੱਥੇ ਝਗੜੇ ਸ਼ੁਰੂ ਹੋ ਜਾਂਦੇ ਨੇ। ਇਸ ਬਾਰੇ ਗੱਲਬਾਤ ਕਰਾਂਗੇ। ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਮੈਡਮ ਆਸ਼ਿਮਾ ਸਾਹਨੀ, ਪੋਲੀਟੀਕਲ ਐਨਾਲਿਸਟ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵੈਲਕਮ ਟੂ ਦ ਸ਼ੋ NRI ਵਰਡ। ਥੈਂਕ ਯੂ ਸਰ, ਥੈਂਕ ਯੂ। ਸੋ ਮੈਮ, ਹਿਊਮਨ ਰਾਈਟਸ ਨੂੰ ਜੇ ਅਸੀਂ ਇੱਕ ਆਮ ਭਾਸ਼ਾ 'ਚ ਸਮਝਣਾ ਹੋਵੇ, ਜਿਹੜੀ ਸਭ ਨੂੰ ਸਮਝ ਆ ਜਾਂਦੀ ਆ, ਟੈਕਨੀਕਲੀ ਨਹੀਂ, ਆਮ ਭਾਸ਼ਾ, ਕੀ ਹੋ ਸਕਦੇ ਨੇ ਹਿਊਮਨ ਰਾਈਟਸ? ਵੈਸੇ ਤਾਂ ਸਰ ਤੁਸੀਂ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕਰ ਚੁੱਕੇ ਹੋ, ਪਰ ਫਿਰ ਵੀ ਅਗਰ ਅਸੀਂ ਬਹੁਤ ਹੀ ਸਰਲ ਸ਼ਬਦਾਂ 'ਚ ਇਸ ਨੂੰ ਸਮਝਣਾ ਹੋਵੇ ਕਿ ਹਿਊਮਨ ਰਾਈਟਸ ਕੀ ਹੈ, ਇਹਦਾ ਮਤਲਬ ਹੈ ਫਾਈਟ ਫॉर व्हाट इज ਰੋਂਗ। ਓਕੇ, ਮਤਲਬ ਯੂ ਹੈਵ ਟੂ ਫਾਈਟ what is wrong and you have to stand for the right things। ਜੋ ਵੀ ਤੁਹਾਨੂੰ ਗਲਤ ਨਜ਼ਰ ਆਉਂਦਾ ਹੈ, ਤੁਸੀਂ ਜਦੋਂ ਉਹਦੇ ਖਿਲਾਫ ਆਪਣੀ ਆਵਾਜ਼ ਚੱਕਦੇ ਹੋ, that is human rights ਜੀ। ਔਰ ਹੁਣ ਜਿਹੜੀ ਗਲਤ ਕੀ ਹੈ ਤੇ ਕੀ ਸਹੀ ਹੈ, ਇਹਦੇ ਵਿੱਚ ਇੰਨਾ ਕੁ ਅਸੀਂ ਉਲਝ ਜਾਂਦੇ ਹਾਂ ਕਿ ਅਸੀਂ ਹਿਊਮਨ ਰਾਈਟਸ ਅੱਜ ਤੱਕ ਵੀ ਅਸੀਂ ਨਹੀਂ ਦੇ ਪਾਏ। ਕੁਝ ਦੇ ਦਿੱਤੇ ਗਏ ਨੇ ਲੇਕਿਨ ਕੁਝ ਨਹੀਂ ਦਿੱਤੇ ਗਏ। ਇਹਦੇ ਕਰਕੇ ਡਿਬੇਟ, ਡਿਸਕਸ਼ਨ ਹਜੇ ਵੀ ਚਲਦੀਆਂ ਜਾ ਰਹੀਆਂ ਨੇ, ਕਿਉਂਕਿ ਪ੍ਰੋਬਲਮ ਇੱਥੇ ਇਹੀ ਹੈ ਕਿ ਕੀ ਗਲਤ ਹੈ ਔਰ ਕੀ ਸਹੀ ਹੈ। ਮੈਨੂੰ ਆਪਣੇ ਪਰਸੈਪਸ਼ਨ ਦੇ ਮੁਤਾਬਿਕ ਜੋ ਸਹੀ ਲੱਗਦਾ, ਮੈਂ ਕਹਿੰਦੀ ਨਹੀਂ ਜੀ ਮੈਂ ਸਹੀ ਹਾਂ। ਦੂਜੇ ਨੂੰ ਜੋ ਉਹ ਚੀਜ਼ ਨਹੀਂ ਠੀਕ ਲੱਗਦੀ, ਉਹਨੂੰ ਲੱਗਦਾ ਕਿ ਉਹ ਠੀਕ ਹੈ। ਇਹ ਇੱਕ ਬਹੁਤ ਹੀ ਵੱਡਾ ਮੁੱਦਾ ਹੈ ਜੀ। ਇਹਦੇ ਇਸ ਕਨਫਿਊਜ਼ਨ ਨੂੰ ਦੂਰ ਕਰਨ ਲਈ ਅੱਜ ਤੋਂ 74 ਇਅਰਸ ਬੈਕ ਇੱਕ ਕਮਿਸ਼ਨ ਬਿਠਾਈ ਗਈ ਸੀਗੀ। 10 ਦਸੰਬਰ ਵਾਲੇ ਦਿਨ ਇਹਨੂੰ ਲਾਗੂ ਕੀਤਾ ਗਿਆ ਸੀਗਾ, ਜਿਹਦੇ ਵਿੱਚ ਕੁਝ ਜਿਹੜੇ ਵੱਡੇ ਵੱਡੇ ਲੀਡਰਸ ਨੇ, ਜਿਹੜੇ ਵੱਡੇ ਵੱਡੇ ਦੇਸ਼ ਨੇ, ਉਹਨਾਂ ਨੇ ਮਿਲ ਕੇ ਕੁਝ ਚੀਜ਼ਾਂ ਦਾ ਲਿਸਟ ਬਣਾਈ ਕਿ ਕੀ ਗਲਤ ਹੈ ਤੇ ਕੀ ਸਹੀ ਹੈ, ਜਿਹਨੂੰ ਕਿ ਅਸੀਂ ਯੂਨਾਈਟਿਡ ਡੈਕਲੇਰੇਸ਼ਨ ਅਸੀਂ ਕਹਿੰਦੇ ਹਾਂ, UNDP ਕਹਿੰਦੇ ਹਾਂ, ਯੂਨਾਈਟਿਡ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ। ਹੁਣ 74 ਇਅਰਸ ਹੋ ਗਏ ਤਾਂ ਹੁਣ ਇਹ ਸਾਡਾ 75ਵਾਂ ਸਾਲ ਸ਼ੁਰੂ ਹੋ ਗਿਆ। ਹੁਣ ਇਹ ਉਹ ਵਾਲੇ ਅਧਿਕਾਰ ਨੇ ਜਿਹੜੇ ਕਿ ਅੱਜ ਦੁਨੀਆ 'ਚ ਹਰ ਇੱਕ ਦੇਸ਼ ਜਿਹੜਾ ਹੈ ਉਹ ਆਪਣੇ ਆਪਣੇ ਨਾਗਰਿਕਾਂ ਨੂੰ ਦੇ ਰਿਹਾ, ਇਰਰਿਸਪੈਕਟਿਵ ਆਫ ਕਾਸਟ, ਰਿਲੀਜੀਅਨ ਐਂਡ ਸੈਕਸ। ਫਿਰ ਵੀ ਮੈਂ ਦੁਬਾਰਾ ਰਿਪੀਟ ਕਰੂੰਗੀ ਕਿ ਹਿਊਮਨ ਰਾਈਟਸ ਦਾ ਮਤਲਬ ਹੈ
ਜੋ ਵੀ ਗਲਤ ਹੋ ਰਿਹਾ ਉਹਦੇ ਖਿਲਾਫ ਆਵਾਜ਼ ਉਠਾਣੀ, ਜੀ ਗਲਤ ਨੂੰ ਗਲਤ ਕਹਿਣਾ। ਗॉट ਇਟ। ਸੋ ਗਲਤ ਨੂੰ ਗਲਤ ਕਹਿਣਾ ਔਰ ਇੰਨਾ ਕੁ ਹਿੰਮਤ ਕਿੰਨਾ ਕੁ ਲੋਕ ਕਰ ਪਾਉਂਦੇ ਨੇ, ਅਸੀਂ ਸਾਰੇ ਜਾਣਦੇ ਹਾਂ। ਡਿਪਲੋਮੈਟ ਨੇ ਸਾਰੇ ਹੀ ਆਪਣਾ ਫਾਇਦਾ ਦੇਖ ਕੇ ਹਮੇਸ਼ਾ ਸਾਈਡ ਚੇਂਜ ਕਰ ਲੈਂਦੇ ਨੇ, ਕਿਉਂਕਿ ਹਮੇਸ਼ਾ ਅਸੀਂ ਆਪਣਾ ਹੀ ਫਾਇਦਾ ਦੇਖਦੇ ਹਾਂ। ਸੋ ਸਾਡੀ ਧਰਤੀ ਦੇ ਉੱਤੇ ਤਾਂ, ਭਾਰਤ ਦੀ ਧਰਤੀ ਦੇ ਉੱਤੇ ਤਾਂ ਇੱਥੇ ਤੱਕ ਕਿਹਾ ਜਾਂਦਾ ਹੈ ਕਿ ਇਸ ਧਰਤੀ ਦੇ ਉੱਤੇ ਰਹਿਣ ਵਾਲੇ ਸਾਰੇ ਜੀਵ ਜੰਤੂ, ਸਾਰੇ ਪ੍ਰਾਣੀ, ਕੁਦਰਤ, ਸਭ ਕੁਝ ਉਸ ਕੁਦਰਤ ਦੀ ਹੀ ਸੰਤਾਨ ਹੈ, ਉਸ ਪਰਮ ਸ਼ਕਤੀ ਦੀ ਸੰਤਾਨ ਹੈ। ਇਸ ਕਰਕੇ ਕਿਸੇ ਵੀ ਜੀਵ ਨੂੰ ਇਹ ਹੱਕ ਨਹੀਂ ਹੈ ਕਿ ਦੂਜੇ ਦੇ ਉੱਤੇ ਉਹ ਆਪਣਾ ਕਬਜ਼ਾ ਕਰੇ, ਦੂਜੇ ਦੇ ਉੱਤੇ ਹਕੂਮਤ ਕਰੇ, ਦੂਜੇ ਨੂੰ ਦਬਾ ਕੇ ਰੱਖੇ। ਖਾਸ ਕਰਕੇ ਇਨਸਾਨਾਂ ਨੂੰ ਨਾ ਇਹ ਬੜੀ ਸੋਚ ਬਣੀ ਹੋਈ ਹੈ ਕਿ ਇਨਸਾਨ ਸਭ ਤੋਂ ਉੱਤੇ, ਇਨਸਾਨ ਸਭ ਤੋਂ ਸੁਪਰੀਮ, ਨੇਚਰ ਦੀ ਸਭ ਤੋਂ ਵਧੀਆ ਰਚਨਾ ਇਨਸਾਨ, ਨੇਚਰ ਦੀ ਸਭ ਤੋਂ ਬੁੱਧੀਮਾਨ ਰਚਨਾ ਇਨਸਾਨ ਕਿਹਨੇ ਕਿਹਾ? ਇਹ ਅਸੀਂ ਆਪ ਹੀ ਗੱਲਾਂ ਬਣਾਈਆਂ ਹੋਈਆਂ ਨੇ। ਬਾਕੀ ਜੀਵ ਜੰਤੂ ਸਿਆਣੇ ਨਹੀਂ ਹੈਗੇ, ਸਾਰੇ ਸਿਆਣੇ ਨੇ, ਹੋ ਸਕਦਾ ਇਨਸਾਨ ਤੋਂ ਜ਼ਿਆਦਾ ਸਿਆਣੇ ਹੋਣ, ਪਰ ਧਰਤੀ ਦੇ ਉੱਤੇ ਇਨਸਾਨ ਦੀ ਤਰੱਕੀ ਦਿਖਾਈ ਦਿੰਦੀ ਹੈ ਔਰ ਕਿਤੇ ਨਾ ਕਿਤੇ ਤਰੱਕੀ ਕੁਦਰਤ ਨੂੰ ਨੁਕਸਾਨ ਪਹੁੰਚਾ ਕੇ ਕੀਤੀ ਜਾ ਰਹੀ ਹੈ, ਇਹ ਅਸੀਂ ਸਾਰੇ ਜਾਣਦੇ ਹਾਂ। ਸੋ ਬਾਕੀ ਸਾਰੇ ਜੀਵ ਜੰਤੂ ਇਸ ਤਰ੍ਹਾਂ ਨੁਕਸਾਨ ਨਹੀਂ ਪਹੁੰਚਾਉਂਦੇ ਕੁਦਰਤ ਨੂੰ। ਹੋ ਸਕਦਾ ਸਾਡੇ ਕੋਲੋਂ ਜ਼ਿਆਦਾ ਇੰਟੈਲੀਜੈਂਟ ਹੋਣ ਔਰ ਉਹਨਾਂ ਦਾ ਜਿਹੜਾ ਕਲਚਰ ਹੈ, ਉਹਨਾਂ ਦੀ ਜਿਹੜੀ ਸੋਸਾਇਟੀ ਹੈ, ਉਹ ਸਾਡੇ ਨਾਲੋਂ ਜ਼ਿਆਦਾ ਡਿਵੈਲਪ ਹੋਵੇ ਆਪਣੇ ਤਰੀਕੇ ਨਾਲ, ਔਰ ਸਾਡੇ ਕੋਲ ਇੰਨਾ ਕੁਝ ਨਹੀਂ ਜਿੰਨਾ ਕੁਝ ਉਹਨਾਂ ਕੋਲ ਹੈ, ਕਿਉਂਕਿ ਉਹ ਨੇਚਰ ਨਾਲ ਡਾਇਰੈਕਟਲੀ ਜੁੜੇ ਹੋਏ ਨੇ। ਅਸੀਂ ਨਹੀਂ ਜੁੜੇ ਹੋਏ, ਅਸੀਂ ਟੁੱਟੇ ਹੋਏ ਹਾਂ। ਅਸੀਂ ਨੇਚਰ ਨੂੰ ਕਾਬੂ ਕਰਨਾ ਚਾਹੁੰਦੇ ਹਾਂ, ਕੰਟਰੋਲ ਕਰਨਾ ਚਾਹੁੰਦੇ ਹਾਂ। ਇੱਥੇ ਸਾਡੀ ਗਲਤੀ ਹੈ, ਜਦਕਿ ਨੇਚਰ ਨਾਲ ਤਾਲਮੇਲ ਬਣਾ ਕੇ ਚੱਲਣਾ ਚਾਹੀਦਾ, ਤਾਂ ਹੀ ਜ਼ਿੰਦਗੀ ਸਫਲ ਹੋ ਸਕਦੀ ਹੈ। ਇਸ ਚੀਜ਼ ਨੂੰ ਅਸੀਂ ਨਹੀਂ ਸਮਝਦੇ, ਔਰ ਨੇਚਰ ਦੇ ਨਾਲ, ਕੁਦਰਤ ਦੇ ਨਾਲ ਤਾਲਮੇਲ ਬਣਾ ਕੇ ਚੱਲਣਾ ਹੀ ਹਿਊਮਨ ਰਾਈਟਸ, ਸਾਰਿਆਂ ਦੇ ਰਾਈਟਸ ਉਦੋਂ ਹੀ ਠੀਕ ਰਹਿ ਸਕਦੇ ਨੇ। ਕਿਉਂਕਿ ਜਦੋਂ ਅਸੀਂ ਨੈਚੁਰਲ ਹੋ ਜਾਂਦੇ ਹਾਂ, ਨੇਚਰ ਨਾਲ ਜੁੜ ਕੇ ਰਹਿੰਦੇ ਹਾਂ, ਉਦੋਂ ਅਸੀਂ ਵਾਇਲੇਟ ਨਹੀਂ ਕਰਦੇ, ਉਦੋਂ ਅਸੀਂ ਆਪਣੀ ਮਨਮਾਨੀ ਨਹੀਂ ਕਰਦੇ। ਸਾਨੂੰ ਪਤਾ ਹੁੰਦਾ ਹੈ ਕਿ ਕੁਦਰਤ ਨਾਲ ਛੇੜਖਾਨੀ ਕਰਾਂਗੇ ਉਹਦੇ ਨਤੀਜੇ ਕੀ ਆ ਸਕਦੇ ਨੇ। ਸੋ ਅਸੀਂ ਪਾਲਿਸੀਜ਼ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਸਿਟੀਜ਼ਨਸ ਪਾਲਿਸੀਜ਼ ਦੇ ਅੰਡਰ ਜਿਉਂਦੇ ਨੇ ਔਰ ਕਾਨੂੰਨ ਬਣਾਏ ਜਾਂਦੇ ਨੇ ਸਿਟੀਜ਼ਨਸ ਨੂੰ ਕੰਟਰੋਲ ਕਰਨ ਵਾਸਤੇ। ਪਰ ਕਾਨੂੰਨ, ਰੂਲਸ ਇਹ ਨੇਚਰ ਨੂੰ ਕੰਟਰੋਲ ਨਹੀਂ ਕਰ ਸਕਦੇ। ਜੋ ਕੁਦਰਤੀ ਸਾਡਾ ਸੁਭਾਅ ਹੈ, ਉਹਨੂੰ ਨੇਚਰ ਨੂੰ ਕੰਟਰੋਲ ਨਹੀਂ ਕਰ ਸਕਦੇ, ਸਾਡੇ ਸੁਭਾਅ ਨੂੰ ਚੇਂਜ ਨਹੀਂ ਕਰ ਸਕਦੇ, ਉਸ ਨੂੰ ਕੁਦਰਤੀ ਚੇਂਜ ਕਰੇਗੀ। ਇਹ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਜਦੋਂ ਅਸੀਂ ਕਿਸੇ ਨੂੰ ਫੋਰਸਫੁਲੀ ਆਪਣੀ ਗੱਲ ਮਨਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਰਾਈਟ ਫਰੋਮ ਪਾਲਿਸੀਜ਼, ਆਪਾਂ ਇੱਥੋਂ ਸਟਾਰਟ ਕਰੀਏ ਕਿ ਜਿਹੜੀਆਂ ਸਟੇਟ ਦੀਆਂ ਪਾਲਿਸੀਜ਼ ਬਣਦੀਆਂ ਨੇ, ਨੈਸ਼ਨਲ ਪਾਲਿਸੀਜ਼ ਬਣਦੀਆਂ ਨੇ, ਉਹਦੇ ਵਿੱਚ ਹਿਊਮਨ ਰਾਈਟਸ ਦਾ, ਐਨੀਮਲ ਰਾਈਟਸ ਦਾ, ਨੇਚਰ ਦੇ ਰਾਈਟਸ ਦਾ, ਸਾਰੇ ਰਾਈਟਸ ਦਾ ਧਿਆਨ ਰੱਖਿਆ ਜਾਂਦਾ, ਜਾਂ ਫਿਰ ਕੁਝ ਲੋਕ ਆਪਣੇ ਵਾਸਤੇ ਵਿਨ ਵਿਨ ਸਿਚੁਏਸ਼ਨ ਕ੍ਰੀਏਟ ਕਰਨਾ ਚਾਹੁੰਦੇ ਨੇ? ਨੈਸ਼ਨਲ ਲੈਵਲ ਤੇ ਆਪਾਂ ਗੱਲ ਕਰ ਰਹੇ ਹਾਂ ਇੰਡੀਆ ਦੇ ਵਿੱਚ। ਜਿਹੜਾ 2022 ਦਾ ਥੀਮ ਹੈ ਉਹ ਹੈਗਾ ਡਿਗਨਿਟੀ, ਫਰੀडम ਐਂਡ ਜਸਟਿਸ। ਹੁਣ ਸਾਨੂੰ 74 ਇਅਰਸ ਹੋ ਗਏ ਹਿਊਮਨ ਰਾਈਟਸ ਦੇ ਬਾਰੇ ਗੱਲਬਾਤ ਕਰਦੇ ਹੋਏ। ਹਰ ਇੱਕ ਨਾਗਰਿਕ ਨੂੰ ਮਿਲ ਚੁੱਕੇ ਨੇ, ਹਰ ਇੱਕ ਦੇਸ਼ ਇਹ ਇਨਸ਼ੋਰ ਕਰਦਾ ਕਿ ਉਹ ਆਪਣੇ ਸਿਵਲ ਸੁਸਾਇਟੀ ਨੂੰ ਹਿਊਮਨ ਰਾਈਟਸ ਦੇ ਰਿਹਾ। ਫਿਰ ਵੀ ਪੁੱਛਣ ਵਾਲੇ ਇਹ ਪੁੱਛਣਗੇ ਕਿ ਸਾਨੂੰ ਇਹ ਥੀਮ ਰੱਖਣ ਦੀ ਕਿਉਂ ਲੋੜ ਪੈ ਗਈ? ਕੀ ਅਸੀਂ ਹਜੇ ਵੀ ਡਿਗਨੀਫਾਈਡ ਵੇ ਨਾਲ ਨਹੀਂ ਜੀ ਰਹੇ? ਕਿ ਸਾਡੇ ਕੋਲ ਹਜੇ ਵੀ ਫਰੀडम ਨਹੀਂ ਹੈ? ਕਿ ਹਜੇ ਵੀ ਜਸਟਿਸ ਨਹੀਂ ਹੋ ਰਹੀ, ਜਾਂ ਉਨੀ ਮਾਤਰਾ 'ਚ ਨਹੀਂ ਹੋ ਰਹੀ ਜਿੰਨੀ ਚਾਹੀਦੀ ਸੀ? ਮੈਨੂੰ ਲੱਗਦਾ ਜੇ ਅਸੀਂ ਤਿੰਨਾਂ ਦੇ ਪੈਰਾਮੀਟਰਸ ਤੋਂ ਦੇਖੀਏ, ਡਿਗਨਿਟੀ, ਫਰੀडम ਤੇ ਜਸਟਿਸ, ਮੈਨੂੰ ਲੱਗਦਾ ਹਜੇ ਦੁਨੀਆ 'ਚ ਬਹੁਤ ਜ਼ਿਆਦਾ ਲੋੜ ਹੈ ਹਿਊਮਨ ਰਾਈਟਸ ਨੂੰ ਬਹਾਲ ਕਰਨ ਲਈ, ਹਿਊਮਨ ਰਾਈਟਸ ਨੂੰ ਸੱਚਮੁੱਚ ਇੱਕ ਇੱਕ ਇਨਸਾਨ ਤੱਕ ਪਹੁੰਚਾਉਣ ਲਈ। ਮੈਨੂੰ ਲੱਗਦਾ ਸਾਡੀਆਂ ਸਰਕਾਰਾਂ, ਸਾਡੇ ਇੰਸਟੀਟਿਊਸ਼ਨਸ ਇਹ ਫੇਲ ਹੋ ਗਏ ਨੇ, ਕਿਉਂਕਿ ਅਸੀਂ ਹਜੇ ਵੀ ਇੱਥੇ ਅਟਕੇ ਹੋਏ ਕਿ ਡਿਗਨਿਟੀ, ਫਰੀडम ਔਰ ਜਸਟਿਸ ਤੇ ਮੈਨੂੰ ਲੱਗਦਾ ਇਹਦੇ ਤੇ ਹਜੇ ਬਹੁਤ ਹੀ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ, ਔਰ ਬਹੁਤ ਸਾਨੂੰ ਮਿਹਨਤ ਕਰਨੀ ਪੈਣੀ ਹੈ। ਇੱਕ ਮੈਂ ਇੱਥੇ ਗੱਲ ਹੋਰ ਕਹਿਣਾ ਚਾਹੂੰਗੀ ਕਿ ਅਸੀਂ ਨਾ ਹਿਊਮਨ ਰਾਈਟਸ ਤਾਂ ਬਹੁਤ ਕਹਿੰਦੇ, ਹਿਊਮਨ ਰਾਈਟਸ, ਲੇਕਿਨ ਜਦ ਤੱਕ ਅਸੀਂ ਆਪਣੀ ਡਿਊਟੀਜ਼ ਨਹੀਂ ਨਾ ਕਰਨੀਆਂ, ਨਾ ਤੁਹਾਨੂੰ ਹਿਊਮਨ ਰਾਈਟ ਮਿਲਨੇ, ਨਾ ਮੈਨੂੰ ਮਿਲਨੇ। ਕਿਉਂਕਿ ਜੇ ਮੈਂ ਆਪਣੀ ਡਿਊਟੀ ਕਰਦੀ ਹਾਂ, ਉਹਦਾ ਮਤਲਬ ਮੈਂ ਤੁਹਾਨੂੰ ਤੁਹਾਡਾ ਹਿਊਮਨ ਰਾਈਟ ਦੇ ਰਹੀ ਹਾਂ, ਤੇ ਜੇ ਤੁਸੀਂ ਆਪਣੀ ਡਿਊਟੀ ਕਰ ਰਹੇ ਤਾਂ ਮਤਲਬ ਤੁਸੀਂ ਮੈਨੂੰ ਮੇਰਾ ਹਿਊਮਨ ਰਾਈਟ ਦੇ ਰਹੇ। ਇਹ ਡਿਊਟੀ ਜਿਹੜੀ ਗੱਲ ਹੈ ਨਾ, ਇਹ ਨਾਗਰਿਕਾਂ ਨੂੰ ਸਮਝਣੀ ਪੈਣੀ ਹੈ ਅਕ੍ਰੋਸ ਦੀ ਗਲੋਬ। ਮਤਲਬ ਅਦਰ ਦੈਨ ਵਾਟ ਅਰੇਂਜਮੈਂਟ ਹੈਜ਼ ਬੀਨ ਮੇਡ ਫॉर ਦਿਸ ਹਿਊਮਨ ਰਾਈਟਸ, ਸਾਨੂੰ ਵੀ ਥੋੜਾ ਜਾਗਰੂਕ ਹੋਣਾ ਪੈਣਾ, ਸਾਨੂੰ ਵੀ ਲੋੜ ਹੈ, ਕਿਉਂਕਿ ਜਿਹੜੇ ਤਾਲੀ ਹੈ ਨਾ ਉਹ ਇੱਕ ਹੱਥ ਨਾਲ ਨਹੀਂ ਵੱਜਦੀ। ਸਿਟੀਜ਼ਨਸ ਨੂੰ ਵੀ ਜਾਗਰੂਕ ਹੋਣਾ ਪੈਣਾ ਹੈ ਤਾਂ ਜਾ ਕੇ ਉਹ ਆਪਣੇ ਰਾਈਟਸ ਵਾਸਤੇ ਖੜੇ ਹੋ ਸਕਦੇ ਨੇ। ਇਹ ਨਹੀਂ ਕਿ ਸਿਟੀਜ਼ਨਸ ਨੂੰ ਲਤਾੜਦੇ ਰਹੋ ਜਿਹੜੇ ਉੱਪਰ ਬੈਠੇ ਲੋਕ ਨੇ, ਤਾਂ ਸਿਟੀਜ਼ਨਸ ਉਹ ਬਰਦਾਸ਼ਤ ਕਰਦੇ ਰਹਿਣ। ਆਪਣੇ ਰਾਈਟਸ ਵਾਸਤੇ ਵੀ ਖੜਾ ਹੋਣਾ ਪੈਂਦਾ ਹੈ। ਬੜਾ ਵਧੀਆ ਐਗਜ਼ਾਮਪਲ ਦਿੱਤਾ ਸੀ, ਸੋਟੀ ਘੁਮਾ ਰਿਹਾ ਸੀ, ਚੱਲ ਰਿਹਾ ਸੀਗਾ, ਤੇ ਉਹ ਆਪਣੀ ਡਿਊਟੀ ਨਹੀਂ ਨਿਭਾ ਰਿਹਾ ਸੀਗਾ ਜਦੋਂ ਦੂਸਰੇ ਬੰਦੇ ਤੇ ਸੱਟ ਲੱਗ ਰਹੀ ਸੀ। ਜਿਸ ਦਿਨ ਅਸੀਂ ਉਹ ਡਿਊਟੀਆਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪੇ ਹਿਊਮਨ ਰਾਈਟ ਬਹਾਲ ਹੋ ਜਾਣਾ।
ਡਨ ਸਮਝ ਗਏ। ਤੁਸੀਂ ਜੇ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਓ, ਇੱਕ ਅਮੀਰ ਮੁਲਕ, ਇੱਕ ਕਮਜ਼ੋਰ ਮੁਲਕ, ਅਸੀਂ ਕਈ ਵਾਰ ਦੇਖਦੇ ਹਾਂ ਡਿਸਕਸ਼ਨਸ ਹੁੰਦੀਆਂ ਨੇ, ਇੱਕ ਅਮੀਰ ਮੁਲਕ ਗਰੀਬ ਮੁਲਕਾਂ ਦੇ ਉੱਤੇ ਤਸ਼ੱਦਦ ਕਰਦਾ, ਖਾਸ ਕਰਕੇ ਜਦੋਂ ਆਪਾਂ ਗੱਲ ਕਰਦੇ ਹਾਂ এনवायरमेंट ਦੀ, ਤਾਂ ਸਾਰੀਆਂ ਰਿਸਟ੍ਰਿਕਸ਼ਨਸ ਗਰੀਬ ਮੁਲਕਾਂ ਵਾਸਤੇ। ਅਮੀਰ ਮੁਲਕ ਆਪਣੀ ਮਰਜ਼ੀ ਕਰਦੇ ਨੇ, ਨੇਚਰ ਨੂੰ ਕੋਈ ਨੁਕਸਾਨ ਵੀ ਹੋਵੇ, ਉਹਨਾਂ ਦਾ ਬਿਜ਼ਨਸ ਪਹਿਲਾਂ, ਬਾਟਮ ਲਾਈਨ ਇਜ਼ ਪ੍ਰੋਫਿਟ। ਸੋ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਚੱਲਦੇ ਨੇ। ਸੋ ਕਈ ਵਾਰ ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਵੈਸਟਰਨ ਦੇਸ਼ ਨੇ, ਉਹ ਜਾ ਕੇ ਅਰੇਬੀਅਨ ਕੰਟਰੀਜ਼ ਦੀ ਆਪਾਂ ਗੱਲ ਕਰੀਏ, ਹੋਰ ਪੂਰ ਕੰਟਰੀਜ਼ ਦੀ ਗੱਲ ਕਰੀਏ, ਉਹਦੇ ਉੱਤੇ ਜਾ ਕੇ ਆਪਣੀ ਮਿਲਟਰੀ ਦੀ ਪਾਵਰ ਦਿਖਾਉਂਦੇ ਨੇ। ਔਰ ਖਾਸ ਕਰਕੇ ਆਪਾਂ ਦੇਖਦੇ ਹਾਂ ਤੇਲ ਵਾਸਤੇ ਕਾਫੀ ਝਗੜੇ ਹੋਏ ਨੇ, ਔਰ ਦੋ ਮੁਲਕਾਂ ਦਾ ਜੋ ਕਾਫੀ ਤਖਤਾ ਪਲਟਿਆ ਗਿਆ, ਔਰ ਉਹ ਨਿਊਕਲੀਅਰ ਵੈਪਨਸ ਦੀ ਗੱਲ ਕੀਤੀ ਗਈ। ਕਿਤੇ ਨਾ ਕਿਤੇ ਐਕਸਪਰਟਸ ਕਹਿੰਦੇ ਨੇ ਕਿ ਉੱਥੇ ਨਿਊਕਲੀਅਰ ਵੈਪਨਸ ਨਹੀਂ ਸੀਗੇ, ਗੱਦਾਫੀ ਉੱਥੋਂ ਦੇ ਰੂਲਰ ਸੀਗੇ, ਉਹਨਾਂ ਦੀ ਗੱਲ ਕਰਦੇ ਹਾਂ, ਔਰ ਇੱਕ ਦੂਸਰੇ ਰੂਲਰ ਵੀ ਸੀਗੇ ਸੱਦਾਮ ਹੁਸੈਨ, ਉਹਨਾਂ ਦੀ ਗੱਲ ਕਰਦੇ ਹਾਂ। ਤਾਂ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਹਿਊਮਨ ਰਾਈਟਸ ਨੂੰ ਵਾਇਲੇਟ ਕਰਕੇ ਉਹਨਾਂ ਦੋਨਾਂ ਮੁਲਕਾਂ ਦੇ ਉੱਤੇ ਕਬਜ਼ਾ ਕੀਤਾ ਗਿਆ ਵੈਸਟਰਨ ਪਾਵਰਸ ਵੱਲੋਂ। ਸੋ ਇਹ ਸਭ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਨੇ। ਅੱਜ ਦੀ ਡੇਟ 'ਚ ਆਪਾਂ ਯੂਕਰੇਨ ਤੇ ਰਸ਼ੀਆ ਦੀ ਵਾਰ ਦੇਖਦੇ ਹਾਂ, ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ। ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਹਿਊਮਨ ਲਾਈਫ ਮੈਟਰਸ, ਉਹ ਨਹੀਂ ਹੋ ਰਿਹਾ। ਸੋ ਇਹ ਜੇ ਆਪਾਂ ਇਹ ਇਤਿਹਾਸ ਦੇਖਣ ਬੈਠੀਏ ਤਾਂ ਬਹੁਤ ਜਗ੍ਹਾ ਦੇ ਉੱਤੇ ਇੱਦਾਂ ਦੀਆਂ ਐਗਜ਼ਾਮਪਲਸ ਮਿਲਣਗੀਆਂ ਜਿੱਥੇ ਹਿਊਮਨ ਰਾਈਟਸ ਵਾਇਲੇਟ ਹੋਏ ਨੇ। ਔਰ ਖਾਸ ਕਰਕੇ ਜਦੋਂ ਇੱਕ ਮੁਲਕ ਦੂਜੇ ਮੁਲਕ ਦੇ ਉੱਤੇ ਚੜ੍ਹਾਈ ਕਰਦਾ, ਸੈਨਾਵਾਂ ਅੰਦਰ ਵੜਦੀਆਂ ਨੇ ਔਰ ਦੂਸਰੇ ਮੁਲਕ ਦੇ ਸਿਟੀਜ਼ਨਸ ਦੇ ਉੱਤੇ ਤਸ਼ੱਦਦ ਕਰਨੀਆਂ ਸ਼ੁਰੂ ਕਰਦੀਆਂ ਨੇ, ਤਾਂ ਸਭ ਤੋਂ ਪਹਿਲਾਂ ਲੇਡੀਜ਼, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਰੇਪਸ ਹੁੰਦੇ ਨੇ, ਔਰ ਬੱਚੇ ਕੀ ਮੁਕਾਬਲਾ ਕਰਨਗੇ, ਬੱਚੇ ਤੇ ਐਵੇਂ ਮਾਰੇ ਜਾਂਦੇ ਨੇ। ਔਰ ਅੱਜ ਕੱਲ੍ਹ ਅਸੀਂ ਦੇਖਦੇ ਕਈ ਮੁਲਕਾਂ ਦੇ ਵਿੱਚ ਚਾਈਲਡ ਸੋਲਜਰਸ ਬਣਾਏ ਜਾਂਦੇ ਨੇ, ਚਾਈਲਡਸ ਨੂੰ ਸੈਕਸ ਵਰਕਰ ਬਣਾਇਆ ਜਾਂਦਾ ਹੈ। ਔਰ ਬਜ਼ੁਰਗਾਂ ਦੀ ਕੀ ਗੱਲ ਕਰਾਂਗੇ, ਬਜ਼ੁਰਗਾਂ ਦੇ ਉੱਤੇ ਦੇ ਜਿਹੜੇ ਤਸ਼ੱਦਦ ਹੁੰਦੇ ਨੇ ਅਸੀਂ ਸਭ ਜਗ੍ਹਾ ਦੇਖਦੇ ਹਾਂ। ਸੋ ਇਹ ਹੋ ਕੀ ਰਿਹਾ ਹੈ? ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਥੀਮ ਇਹ ਰੱਖਿਆ ਹੈ ਡਿਗਨਿਟੀ, ਰਿਸਪੈਕਟ ਐਂਡ ਆਲ ਦੈਟ, ਔਰ ਵੱਡੇ ਵੱਡੇ ਸੈਮੀਨਾਰਸ ਹੁੰਦੇ ਨੇ ਵਰਲਡ ਲੈਵਲ ਦੇ ਉੱਤੇ, ਵੱਡੇ ਵੱਡੇ ਇਮੋਸ਼ਨਲ ਲੈਕਚਰਸ ਹੁੰਦੇ ਨੇ। ਪ੍ਰੈਕਟੀਕਲੀ ਕੀ ਹੋ ਰਿਹਾ ਹੈ? ਕਈ ਵਾਰ ਕਹਿੰਦੇ ਨੇ ਕਿ ਪ੍ਰੈਕਟੀਕਲੀ ਅਸੀਂ ਸਾਰੇ ਐਨੀਮਲਸ ਹੀ ਹਾਂ, ਕਿਉਂਕਿ ਕਿਹਾ ਜਾਂਦਾ ਨਾ ਮੈਨ ਇਜ਼ ਅ ਸੋਸ਼ਲ ਐਨੀਮਲ। ਤਾਂ ਐਨੀਮਲ ਦਾ ਵਰਡ ਸਾਡੇ ਕੋਲੋਂ ਛੁੱਟਿਆ ਨਹੀਂ ਹੈ, ਨਾਲ ਹੀ ਜੁੜਿਆ ਹੋਇਆ ਹੈ। ਕਈ ਵਾਰ ਕਿਹਾ ਜਾਂਦਾ ਮੈਨ ਇਜ਼ ਅ ਪੋਲੀਟੀਕਲ ਐਨੀਮਲ, ਫਿਰ ਐਨੀਮਲ ਨੂੰ ਨਾਲ ਲੈ ਕੇ ਆ ਜਾਂਦੇ ਨੇ। ਆਰ ਵੀ ਐਨੀਮਲਸ? ਕਿ ਜਿਹੜਾ ਇਹ ਸਾਰਾ ਅਸੀਂ ਕਲਚਰ ਲੈ ਕੇ ਤੁਰਦੇ ਹਾਂ, ਇਹ ਸੰਸਕ੍ਰਿਤੀ ਲੈ ਕੇ ਤੁਰਦੇ ਹਾਂ, ਇੱਕ ਆਈਵਰੀ ਆ, ਇੱਕ ਕੱਪੜਾ ਪਾਇਆ ਹੋਇਆ, ਅੰਦਰ ਐਨੀਮਲ ਹੀ ਹੈ। ਔਰ ਕਿਉਂਕਿ ਅਸੀਂ ਜਦੋਂ ਦੇਖਦੇ ਹਾਂ, ਜਦੋਂ ਪ੍ਰੈਸ਼ਰ ਪੈਂਦਾ, ਜਦੋਂ ਸਾਨੂੰ ਲੋੜ ਪੈਂਦੀ ਹੈ, ਐਨੀਮਲ ਹੀ ਬਾਹਰ ਆਉਂਦਾ ਹੈ। ਸੋ ਜਦੋਂ ਐਨੀਮਲ ਹੀ ਬਾਹਰ ਆਉਂਦਾ ਤਾਂ ਹਿਊਮਨ ਰਾਈਟਸ ਕਿੱਥੇ ਹੋ ਗਏ? ਔਰ ਕਈ ਵਾਰ ਅਸੀਂ ਦੇਖਦੇ ਹਾਂ ਐਨੀਮਲ ਵਰਲਡ ਦੇ ਅੰਦਰ ਉਹ ਆਪਣੇ ਰਾਈਟਸ ਨੂੰ ਪ੍ਰੋਟੈਕਟ ਕਰਦੇ ਨੇ, ਲੇਕਿਨ ਉੱਥੇ ਵੀ ਝਗੜੇ ਹੈਗੇ ਨੇ, ਹਰ ਥਾਂ 'ਤੇ ਝਗੜੇ ਨੇ। ਜਦੋਂ ਝਗੜੇ ਸ਼ੁਰੂ ਹੋ ਜਾਣ, ਟਕਰਾਓ ਸ਼ੁਰੂ ਹੋ ਜਾਂਦਾ ਹੈ, ਤਾਂ ਹਿਊਮਨ ਰਾਈਟਸ, ਐਨੀਮਲ ਰਾਈਟਸ, ਨੇਚਰ ਰਾਈਟਸ, ਸਾਰੇ ਰਾਈਟਸ ਗਾਇਬ ਹੋ ਜਾਂਦੇ ਨੇ, ਕੁਝ ਹੋਰ ਹੀ ਸ਼ੁਰੂ ਹੋ ਜਾਂਦਾ ਹੈ। ਵਾਟ ਡੂ ਯੂ ਸੇ? ਇੱਕ ਹਿੰਦੀ ਫਿਲਮ ਦਾ ਗਾਣਾ ਹੈ, ਜ਼ਿੰਦਗੀ और कुछ भी नहीं तेरी मेरी कहानी है। ਹਾਂਜੀ। मैं ये कहूंगी ह्यूमन राइट्स और कुछ भी नहीं, इकोनॉमिक्स ਤੇ ਡੋਮੀਨੇਸ਼ਨ ਦੀ ਕਹਾਣੀ ਹੈ। ਤੁਸੀਂ ਮੇਰੇ ਤੋਂ ਵੱਧ ਜ਼ਿਆਦਾ ਵਧੀਆ ਐਕਸਪਲੇਨ ਕਰ ਦਿੱਤਾ ਹੈ। ਲੇਕਿਨ ਇਹ ਬਿਲਕੁਲ ਦੇਖੋ ਨਾ, ਹੁਣ ਅਸੀਂ 75 ਇਅਰਸ ਕੱਢ ਦਿੱਤੇ ਹਿਊਮਨ ਰਾਈਟਸ ਦੇ ਬਾਰੇ, ਆਪਾਂ ਸੈਮੀਨਾਰ ਥਾਂ ਕਰ ਰਹੇ ਹਾਂ, ਕਾਨਫਰੰਸਿਸ ਹੋ ਰਹੀਆਂ, ਨੈਸ਼ਨਲ ਲੈਵਲ ਤੇ ਹੋ ਰਹੇ, ਇੱਕ ਫਾਰਮਲਿਜ਼ਮ ਚੱਲ ਰਿਹਾ। ਜਿੰਨਾ ਪੈਸਾ ਤੁਸੀਂ ਇੱਥੇ ਲਾਇਆ ਹੈ, ਇੰਨਾ ਪੈਸਾ ਜੇ ਗਰੀਬ ਮੁਲਕ ਹੈ, ਜੇ ਉਹਦੇ ਲੋਨਸ ਨੂੰ ਵੇਵ ਆਫ ਕਰ ਦਿੱਤਾ ਜਾਵੇ ਔਰ ਕਹਿ ਦਿੱਤਾ ਜਾਵੇ ਕਿ ਅਸੀਂ ਜੀ ਫਾਰਮਲੀ ਕੋਈ ਖਰਚਾ ਨਹੀਂ, ਕੁਛ ਨਹੀਂ, ਤਾਂ ਤੁਸੀਂ ਦੇਖੋ ਆਫਟਰ ਆਲ ਜਦੋਂ ਇੱਕ ਇੰਟਰਨੈਸ਼ਨਲ ਲੈਵਲ ਤੇ ਕਾਨਫਰੰਸ ਹੁੰਦੀ ਹੈ, ਜੋ ਵੀ ਉਹਨਾਂ ਦੀ ਫਾਰਮੈਲਿਟੀ ਹੁੰਦੀ, ਉਹਦੇ ਤੇ ਕਿੰਨਾ ਖਰਚਾ ਆਉਂਦਾ ਹੋਏਗਾ। ਕੀ ਅਸੀਂ ਉਹਨਾਂ ਨੂੰ ਸਵਾਲ ਦੇ ਸਕਦੇ ਕਿ ਵੀ ਤੁਸੀਂ ਜੇ ਇਹ ਜਿਹੜਾ ਪੈਸਾ ਹੈ, ਇਹਨੂੰ ਤੁਸੀਂ ਕਿਸੇ ਗਰੀਬ ਮੁਲਕ ਦਾ ਲੋਨ ਵੇਵ ਆਫ ਕਰ ਦੋ, ਜਿਹੜੇ ਤੁਸੀਂ ਡਿਪੈਂਡੈਂਸੀ ਥਿਊਰੀ ਤੇ ਚੱਲਦੇ ਹੋ ਕਿ ਲੋਨ ਦੇ ਕੇ ਕਿਸੇ ਕੰਟਰੀ ਨੂੰ ਆਪਣਾ ਗੁਲਾਮ ਬਣਾ ਦੇਣਾ, ਕੀ ਇਹਦੀ ਜਗ੍ਹਾ ਹਿਊਮਨ ਰਾਈਟਸ 'ਚ ਹੈ? ਇਹ ਤਾਂ ਹੁਣ ਜਿਹੜੇ ਹਿਊਮਨ ਰਾਈਟਸ ਦੇ ਜਿਹੜੇ ਡਿਫੈਂਡਰ ਨੇ, ਜਿਹੜੇ ਹਿਊਮਨ ਰਾਈਟ ਦੇ ਸੇਵੀਅਰ ਬਣੇ ਫਿਰਦੇ ਨੇ, ਉਹ ਆਪਣੇ ਆਪ ਨੂੰ ਆਈਨੇ 'ਚ ਰੱਖ ਕੇ ਦੇਖਣ ਕਿ ਅਸੀਂ ਕਿੱਥੇ ਹਾਂ, ਹਨਾ। ਹੁਣ ਤੁਸੀਂ ਨੈਸ਼ਨਲ ਪਾਲਿਸੀਜ਼ ਦੇ ਨਾਲ ਇੰਟਰਨੈਸ਼ਨਲ ਜਿਹੜਾ ਹੈ ਉਹਦਾ ਜ਼ਿਆਦਾ ਪ੍ਰਭਾਵ ਹੈ ਹਿਊਮਨ ਰਾਈਟਸ ਦਾ। ਰੀਜ਼ਨ ਇਹ ਹੈ ਕਿ ਜਿਹੜੀ ਹੁਣ ਅੱਜ ਤੁਸੀਂ ਕਲਾਈਮੇਟ ਦੀ ਗੱਲ ਕੀਤੀ ਸੀ ਸਟਾਰਟਿੰਗ 'ਚ, ਜਦੋਂ ਸਾਡੀ ਗੱਲ ਸ਼ੁਰੂ ਹੋਈ ਸੀ, ਜੋ ਅਸੀਂ ਕਲਾਈਮੇਟ ਦਾ ਹਸ਼ਰ ਕਰ ਦਿੱਤਾ, ਜੋ ਕੋਵਿਡ ਹੋਇਆ ਹੈ, ਉਹ ਹਿਊਮਨ ਰਾਈਟ ਵਾਇਲੇਸ਼ਨ ਕਿਹਨੇ ਕੀਤਾ? ਆਮ ਨਾਗਰਿਕ ਨੇ। ਕਿ ਉਹਦੇ ਲਈ ਆਮ ਨਾਗਰਿਕ ਜ਼ਿੰਮੇਵਾਰ ਸੀ, ਜਾਂ ਉਹ ਜਿਹੜੇ ਆਮ ਨਾਗਰਿਕ ਦੇ ਬਿਹਾਫ ਦੇ ਉੱਤੇ ਵੱਡੇ ਵੱਡੇ ਡਿਸੀਜਨਸ ਲੈਂਦੇ ਆ ਯੂਨਾਈਟਿਡ ਨੇਸ਼ਨ 'ਚ ਬੈਠ ਕੇ, ਉਹ ਜ਼ਿੰਮੇਵਾਰ ਨੇ? ਕੌਣ ਜ਼ਿੰਮੇਵਾਰ ਹੈ? ਜਿਹੜੇ ਇਕਨੋਮਿਕ ਪਾਲਿਸੀਜ਼ ਫਰੇਮ ਕਰਦਾ ਹੈ, ਵਰਲਡ ਬੈਂਕ ਹੈ ਜਾਂ IMF ਹੈ, ਜਾਂ ਹੋਰ ਜਿੱਦਾਂ G8 ਤੁਸੀਂ ਲੈ ਲਓ, G20 ਤੁਸੀਂ ਲੈ ਲਓ, ਬਾਕੀ ਵੀ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਆ। ਇਹ ਜਿਹੜਾ ਵਾਰ ਹੋਇਆ, ਮੈਨੂੰ ਦੱਸੋ, ਤੁਸੀਂ ਯੂਕਰੇਨ ਦੀ ਗੱਲ ਕੀਤੀ, ਮੈਂ ਤੁਹਾਨੂੰ ਕ੍ਰਾਸ ਕੁਐਸਚਨ ਕਰਦੀ ਹਾਂ
ਮੈਂ ਆਪਣੇ ਸਰੋਤਿਆਂ ਨੂੰ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੀ ਹਾਂ ਕਿ ਇਹ ਇੱਕ ਆਮ ਆਦਮੀ ਦੇ ਕਹਿਣ ਤੇ ਵਾਰ ਹੋਇਆ? ਕਿੰਨੇ ਮਤਲਬ ਜਿਹੜੇ ਸਾਨੂੰ ਰਾਈਟ ਦੇ ਰਹੇ ਹੈ ਉਹੀ ਆਪਣੇ ਆਪ ਗੱਲਬਾਤ ਕਰੀ ਜਾ ਰਹੇ, ਆਪਣੇ ਆਪ ਸਵਾਲ ਕਰ ਰਹੇ ਹਿਊਮਨ ਰਾਈਟ ਦਾ, ਆਪਣੇ ਆਪ ਜਵਾਬ ਦੇ ਰਹੇ ਲੜਾਈਆਂ ਦੇ ਥਰੂ, ਵਾਰ ਕ੍ਰਾਈਮਸ ਦੇ ਥਰੂ। ਇਹਦੇ ਚ ਆਮ ਨਾਗਰਿਕ ਦਾ ਰੋਲ ਕਿੱਥੇ ਹੈ? ਵਾਰ ਇਜ਼ ਅ ਬਿਜ਼ਨਸ, ਤੁਸੀਂ ਬਿਲਕੁਲ ਠੀਕ ਕਿਹਾ। ਇਕਨੋਮਿਕ ਡੋਮੀਨੈਂਸ ਆ, ਜਿੱਥੇ ਵੀ ਦੇਖਿਆ ਜਾਵੇ ਇਕਨੋਮੀ ਨੂੰ ਧਿਆਨ 'ਚ ਰੱਖ ਕੇ, ਬਿਜ਼ਨਸ ਨੂੰ ਧਿਆਨ 'ਚ ਰੱਖ ਕੇ ਹਰ ਚੀਜ਼ ਦੇਖੀ ਜਾਂਦੀ ਹੈ। ਔਰ ਢੋਲ ਅਸੀਂ ਵਜਾਉਣੇ ਪਏ ਹਾਂ ਹਿਊਮਨ ਰਾਈਟਸ ਦਾ, ਪਰ ਕਰਦੇ ਅਸੀਂ ਉਹੀ ਕੁਝ ਪਏ ਹਾਂ ਜੋ ਸਾਨੂੰ ਨਹੀਂ ਕਰਨਾ ਚਾਹੀਦਾ। ਸਭ ਕੁਝ ਕਰ ਰਹੇ ਹਾਂ, ਸਾਰੀ ਤਬਾਹੀ ਕਰ ਰਹੇ ਹਾਂ, ਹਿਊਮਨ ਰਾਈਟਸ ਦਾ ਢੋਲ ਵੀ ਨਾਲ ਵਜਾਈ ਜਾ ਰਹੇ ਹਾਂ। ਸੋ ਇਹ ਚੀਜ਼ ਦੇਖਦੇ ਹੋਏ ਇੱਕ ਰਾਈਟਸ ਖਾਸ ਕਰਕੇ ਦੇਖੇ ਜਾਣਗੇ ਜਦੋਂ ਇੱਕ ਮੁਲਕ ਤੋਂ ਬੰਦਾ ਦੂਜੇ ਮੁਲਕ ਜਾਂਦਾ ਹੈ, ਇਮੀਗ੍ਰੈਂਟਸ, ਮਾਈਗ੍ਰੈਂਟਸ, ਉਦੋਂ ਹਿਊਮਨ ਰਾਈਟਸ ਕਿੱਥੇ ਐਗਜ਼ਿਸਟ ਕਰਦੇ ਨੇ? ਯੈਸ, ਜਦੋਂ ਹਿਊਮਨ ਰਾਈਟਸ ਆਏ ਉਸ ਤੋਂ ਲਗਭਗ 20 ਸਾਲਾਂ ਬਾਅਦ ਹਿਊਮਨ ਰਾਈਟ ਹਰ ਦੇਸ਼ ਦੀ ਫੋਰਨ ਪਾਲਿਸੀ ਦਾ ਇੱਕ ਸੈਂਟਰਲ ਪੁਆਇੰਟ ਬਣ ਗਏ। ਅੱਜ ਤੁਸੀਂ ਕਿਸੇ ਵੀ ਦੇਸ਼ ਦੀ ਫੋਰਨ ਪਾਲਿਸੀ ਲੈ ਲਓ, ਜਿਹੜਾ ਹਿਊਮਨ ਰਾਈਟ ਦਾ ਏਜੰਡਾ ਉਹ ਟੌਪ ਤੇ ਆਉਂਦਾ ਹੈ। ਜਿੰਨੇ ਵੀ ਅਸੀਂ ਕੰਮ ਕਰਦੇ ਹਾਂ ਹਿਊਮਨ ਰਾਈਟਸ ਦੇ ਨਾਮ ਤੇ ਕਰਦੇ ਹਾਂ। ਹੁਣ ਅੱਜ ਜਿਹੜਾ ਗਲੋਬਲਾਈਜੇਸ਼ਨ ਦਾ ਮਾਹੌਲ ਹੈ, ਪਹਿਲੇ ਦੇਖੋ 75 ਸਾਲਾਂ 'ਚ ਬਹੁਤ ਜ਼ਿਆਦਾ ਚੇਂਜ ਆ ਚੁੱਕਾ ਹੈ। ਠੀਕ ਹੈ, ਪਹਿਲੇ ਹੋਰ ਤਰ੍ਹਾਂ ਦੇ ਅਧਿਕਾਰ ਸੀਗੇ, ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਸੀ। ਹੁਣ ਜਿਹੜੀ ਪੀਪਲਜ਼ ਮੂਵਮੈਂਟ ਹੈ ਨਾ ਅਕ੍ਰੋਸ ਦੀ ਗਲੋਬ, ਜਿਹਨੂੰ ਅਸੀਂ ਗਲੋਬਲਾਈਜੇਸ਼ਨ ਕਹਿੰਦੇ ਆ, ਜਿਹੜਾ ਹਰ ਬੰਦਾ ਚਾਹੇ ਉਹਦੀ ਇਨਕਮ ਥੋੜੀ ਹੈ ਤੇ ਜ਼ਿਆਦਾ, ਉਹਨੂੰ ਕਦੀ ਨਾ ਕਦੀ ਇੱਧਰ ਉੱਧਰ ਉਹਨੂੰ ਆਣਾ ਜਾਣਾ ਪੈਂਦਾ ਹੀ ਹੈ। ਹੁਣ ਇਹਦਾ ਸਿੱਧਾ ਇਹਦਾ ਤਾਲੁਕ ਹੈ ਸਿੱਧਾ ਇਮੀਗ੍ਰੈਂਟਸ ਦੇ ਨਾਲ ਤੇ ਜਿਹੜੇ ਮਾਈਗ੍ਰੈਂਟਸ ਨੇ। ਹੁਣ ਹਰ ਦੇਸ਼, ਜਿੰਨੇ ਵੀ ਦੇਸ਼ ਹੈ, ਹਰ ਦੇਸ਼ ਦੀਆਂ ਅਲੱਗ-ਅਲੱਗ ਪਾਲਿਸੀਜ਼ ਹੈ ਇਮੀਗ੍ਰੈਂਟਸ ਨੂੰ ਲੈ ਕੇ। ਚਾਹੇ ਤੁਸੀਂ ਚਾਈਨਾ ਲੈ ਲਓ, ਚਾਹੇ ਤੁਸੀਂ ਇੰਡੀਆ ਲੈ ਲਓ, ਚਾਹੇ ਤੁਸੀਂ ਅਮਰੀਕਾ ਲੈ ਲਓ, ਔਰ ਚਾਹੇ ਤੁਸੀਂ ਯੂਰਪ ਲੈ ਲਓ। ਔਰ ਹੋ ਕੀ ਰਿਹਾ ਹੈ ਕਿ ਇਮੀਗ੍ਰੇਸ਼ਨ ਤੋਂ ਜ਼ਿਆਦਾ ਇਹ ਪਾਲਿਸੀਜ਼ ਨੂੰ ਪੋਲਿਟਿਸਾਈਜ਼ ਕੀਤਾ ਜਾ ਰਿਹਾ ਹੈ। ਕਿਸੇ ਦੇਸ਼ ਨਾਲ ਸਾਡੇ ਬੰਦੀ ਨਹੀਂ, ਉਹਦੇ ਇਮੀਗ੍ਰੈਂਟਸ ਦੀ ਪਾਲਿਸੀ ਨਾਲ ਤੁਸੀਂ ਜੋ ਮਰਜ਼ੀ ਕਰ ਲਓ, ਤੁਹਾਡੇ ਹੱਥ 'ਚ। ਜਿਹਨੂੰ ਮਰਜ਼ੀ ਤੁਸੀਂ ਆਉਣ ਤੋਂ ਮਨਾ ਕਰ ਦਿਓ, ਜਿਹਨੂੰ ਮਰਜ਼ੀ ਤੁਸੀਂ ਜਾਣ ਦਿਓ। ਠੀਕ ਹੈ, ਇਹ ਜਿਹੜਾ ਤਮਾਸ਼ਾ ਹੋ ਰਿਹਾ ਨਾ ਅੱਜ ਦੁਨੀਆ 'ਚ, ਇਹ ਇੱਕ ਸੈਂਟਰ ਆਫ ਡਿਬੇਟ ਬਣ ਗਿਆ। ਅੱਛਾ ਦੇਖੋ, ਹੁਣ ਜਿਹੜਾ ਹਿਊਮਨ ਰਾਈਟ ਡੈਕਲੇਰੇਸ਼ਨ ਜਿਹੜੀ ਇੱਕ ਜਿਹੜਾ ਡਾਕੂਮੈਂਟ ਹੈ, ਇਹ ਸਭ ਤੋਂ ਵੱਧ ਟਰਾਂਸਲੇਟਡ ਹੈ ਦੁਨੀਆ 'ਚ, ਦ ਮੋਸਟ ਟਰਾਂਸਲੇਟਡ ਡਾਕੂਮੈਂਟ ਆਫ ਦੀ ਵਰਲਡ ਹੈ। ਪਰ ਉਹਦਾ ਫਾਇਦਾ ਕੀ ਅਸੀਂ ਐਕੈਡਮਿਸ਼ੀਅਨਸ ਤੱਕ ਹੀ ਰੱਖਣਾ ਜਾਂ ਸਟੂਡੈਂਟ ਲਾਈਫ ਤੱਕ ਹੀ ਰੱਖਣਾ ਹੈ, ਕਿ ਉਹਨੂੰ ਅਸੀਂ ਬਿਯੋਂਡ 'ਚ, ਉਹਨੂੰ ਜਦੋਂ ਅਸੀਂ ਸੋਸ਼ਲਾਈਜ਼ਿੰਗ 'ਚ ਪਾਣਾ ਹੈਗਾ, ਉੱਥੇ ਬੜੇ ਸਵਾਲ ਪੈਦਾ ਹੋ ਜਾਂਦੇ ਹੈ। ਹੁਣ ਇੱਕ ਇਹ ਬੜਾ ਵੱਡਾ ਮੁੱਦਾ ਉਠਾਇਆ ਜਾ ਰਿਹਾ ਵਰਲਡ ਸਟੇਜ ਤੇ ਕਿ ਜਿਹੜੀ ਇਮੀਗ੍ਰੈਂਟਸ ਦੀਆਂ ਪਾਲਿਸੀਜ਼ ਹੈ, ਚਾਹੇ ਯੂਰਪ ਦੀਆਂ ਹੋਣ, ਚਾਹੇ ਅਮਰੀਕਾ ਹੋਵੇ, ਚਾਹੇ ਇੰਡੀਆ ਹੋਵੇ, ਇਹਨੂੰ ਮੇਨ ਸਟ੍ਰੀਮ ਕੀਤਾ ਜਾਣਾ। ਇਹਦੇ ਲਈ ਇੱਕ ਕਾਮਨ ਏਜੰਡਾ ਤਿਆਰ ਕੀਤਾ ਜਾਣਾ, ਇੱਕ ਕਾਮਨ ਪ੍ਰੋਗਰਾਮ ਬਣਾਉਣਾ ਪੈਣਾ। ਇਹ ਨਹੀਂ ਕਿ ਅਮਰੀਕਾ ਆਪਣੇ ਹਿਸਾਬ ਨਾਲ ਚੱਲੀ ਜਾਵੇ, ਇੰਡੀਆ ਆਪਣੇ ਹਿਸਾਬ ਨਾਲ ਜਾਂ ਯੂਰਪ ਆਪਣੇ ਹਿਸਾਬ ਨਾਲ। ਕੁਝ ਏਦਾਂ ਦਾ ਕਾਮਨ ਪ੍ਰੋਗਰਾਮ ਬਣਾਉਣਾ ਪੈਣਾ ਜਿਹਦੇ 'ਚ ਜਿਹੜੇ ਦੁਨੀਆ ਦੇ ਲੋਕ ਆ ਜਾ ਰਹੇ ਨੇ, ਜਿਨ੍ਹਾਂ ਨੂੰ ਰੋਜ਼ ਦੇਖੋ ਅੱਜ ਇੰਨੀ ਜ਼ਿਆਦਾ ਐਡਵਾਂਸਮੈਂਟ ਹੋ ਗਈ ਹੈ ਕਿ ਗੋਨ ਆਰ ਦੀ ਡੇਜ਼ ਜਦੋਂ ਮਤਲਬ ਵੀਜ਼ਾ ਲਈ ਅਸੀਂ ਤਰਸਦੇ ਸੀ। ਮਤਲਬ ਹੁਣ ਬੜੇ ਸਪੀਡ ਅਪ ਸਭ ਚੀਜ਼ਾਂ ਹੋ ਚੁੱਕੀਆਂ ਹੋਈਆਂ ਨੇ, ਤੇ ਸਾਨੂੰ ਹਿਊਮਨ ਰਾਈਟਸ ਦੇ ਦਾਇਰੇ 'ਚ ਜਿਹੜੀਆਂ ਕਾਮਨ ਪਾਲਿਸੀਜ਼ ਹੈ ਮਾਈਗ੍ਰੇਸ਼ਨ ਦੀ ਤੇ ਇਮੀਗ੍ਰੇਸ਼ਨ ਦੀ, ਇਹ ਵਕਤ ਆ ਚੁੱਕਾ ਹੋਇਆ ਹੈ। ਔਰ ਸਾਨੂੰ ਇਹਨੂੰ ਹਿਊਮਨ ਰਾਈਟਸ ਦੇ ਵਿੱਚ ਇਹਨੂੰ ਐਂਟਰ ਕਰਨ ਲਈ ਯੂਨਾਈਟਿਡ ਨੇਸ਼ਨ ਨੂੰ ਕਦਮ ਉਠਾਉਣੇ ਚਾਹੀਦੇ ਹੈ। ਕਿਉਂਕਿ ਜਿਹੜਾ ਇੰਸਟੀਟਿਊਸ਼ਨ ਜਦੋਂ ਕੰਮ ਕਰਨਾ ਬੰਦ ਕਰ ਦੇਣ ਨਾ, ਜਿੱਦਾਂ ਹੁਣ ਯੂਨਾਈਟਿਡ ਨੇਸ਼ਨ ਇਟਸੈਲਫ ਤੇ ਬਹੁਤ ਵੱਡਾ ਕੁਐਸਚਨ ਮਾਰਕ ਲੱਗ ਗਿਆ ਸੀ ਜਦੋਂ ਕੋਵਿਡ ਚੱਲ ਰਿਹਾ ਸੀਗਾ। ਕੁਐਸਚਨ ਮਾਰਕ ਕਾਹਦੇ ਤੇ, ਕਿ ਇਹਦੀ ਰੈਲੇਵੈਂਸ ਹੈ, ਕਿ ਇਹਦੀ ਵਰਕਿੰਗ ਹੋ ਰਹੀ ਹੈ। ਅੱਜ ਹਰ ਬੰਦੇ, ਜਿੰਨੇ ਵੀ ਇੰਸਟੀਟਿਊਸ਼ਨ ਅਸੀਂ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ, ਚਾਹੇ ਉਹ ਸਾਡੀਆਂ ਸਰਕਾਰਾਂ ਹੋਣ, ਚਾਹੇ ਉਹ ਕੋਈ ਇੰਟਰਨੈਸ਼ਨਲ ਪਲੇਟਫਾਰਮ ਹੋਵੇ। ਤੇ ਜਿਹੜਾ ਇੰਸਟੀਟਿਊਸ਼ਨਲ ਕ੍ਰਾਈਸਿਸ ਹੈ ਨਾ, ਉਹਨੂੰ ਸਾਨੂੰ ਚੈੱਕ ਕਰਨਾ ਪੈਣਾ ਜੇ ਅਸੀਂ ਹਿਊਮਨ ਰਾਈਟਸ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹਾਂ। ਐਗਜ਼ੈਕਟਲੀ। ਵੈਸੇ ਜੇ ਬਰੀਫਿੰਗ ਕੀਤੀ ਜਾਵੇ ਨਾ, ਤਾਂ ਕੋਈ ਹਿਊਮਨ ਰਾਈਟਸ ਦਾ ਧਿਆਨ ਨਹੀਂ ਰੱਖਿਆ ਜਾਂਦਾ, ਕੋਈ ਕਿਸੇ ਐਨੀਮਲ ਦਾ, ਕਿਸੇ ਨੇਚਰ ਦਾ, ਕਿਸੇ ਦੇ ਵੀ ਰਾਈਟਸ ਦਾ ਧਿਆਨ ਨਹੀਂ ਰੱਖਿਆ ਜਾਂਦਾ। ਸਿਰਫ ਆਪਣੇ ਰਾਈਟਸ ਦਾ ਧਿਆਨ ਰੱਖਿਆ ਜਾਂਦਾ, ਆਪਣੇ ਪ੍ਰੋਫਿਟ ਦਾ ਧਿਆਨ ਰੱਖਿਆ ਜਾਂਦਾ, ਆਪਣੀ ਮਨ ਮਰਜ਼ੀ ਦਾ ਧਿਆਨ ਰੱਖਿਆ ਜਾਂਦਾ। ਜਿਵੇਂ ਕਹਿੰਦੇ ਨੇ ਨਾ ਪੰਜਾਬੀ 'ਚ, ਡਾਢੇ ਦਾ ਸੱਦੀ 20 ਉਹ ਵਾਲਾ ਹਿਸਾਬ ਹੈ। ਜਿਹੜਾ ਡਾਢਾ ਹੈ ਉਹ ਆਪਣੀ ਚਲਾਉਂਦਾ ਹੈ। ਦੁਨੀਆ ਦੇ ਮੁੱਠੀ ਭਰ ਲੋਕ ਮਿਲ ਕੇ ਇਹ ਤੈਅ ਕਰਦੇ ਨੇ ਕਿ ਦੁਨੀਆ ਦੇ ਬਾਕੀ ਲੋਕ ਕਿਸ ਤਰ੍ਹਾਂ ਜਿਉਣਗੇ, ਕਿਸ ਲੈਵਲ ਦੇ ਉੱਤੇ ਉਹਨਾਂ ਦੀ ਲਾਈਫ ਜੀ ਸਕਦੇ ਨੇ। ਉਹ ਇੱਕ ਹੋਰ ਗੱਲ ਕਹਿਣਾ ਚਾਹੂੰਗੀ, ਇੱਕ ਨਾ ਬੜੀ ਹੈਰਾਨੀ ਦੀ ਗੱਲ ਹੈ ਕਿ ਯੂਨਾਈਟਿਡ ਜਦੋਂ ਤੇ ਹਿਊਮਨ ਰਾਈਟਸ ਬਣੇ ਨਾ, ਤੁਹਾਨੂੰ ਪਤਾ ਇਹਨੂੰ ਕੌਣ ਵੱਧ ਤੋਂ ਵੱਧ ਚਲਾ ਰਿਹਾ? NGOs ਅਕ੍ਰੋਸ।
ਹੁਣ ਜਿਹੜੇ ਐਨਜੀਓ ਹੈ ਉਹ ਇੱਕ ਇੰਡੀਪੈਂਡੈਂਟ ਐਂਟੀਟੀ ਨਹੀਂ ਹੈ। ਐਨਜੀਓਜ਼ ਨੂੰ ਜਿਹੜੀ ਫੰਡਿੰਗ ਹੁੰਦੀ ਹੈ ਐਨਜੀਓਜ਼ ਦੇ ਆਪਣੇ ਇੰਟਰਸਟ ਹੈ ਤੇ ਉਹਦਾ ਬਹੁਤ ਵਾਰੀ ਪੋਲਿਟਿਸਾਈਜੇਸ਼ਨ ਹੋ ਜਾਂਦਾ ਹੈ। ਸਾਨੂੰ ਨਾ ਇੱਕ ਅਰੇਂਜਮੈਂਟ ਕਰਨਾ ਪੈਣਾ ਹੈ ਫਰੋਮ ਦ ਗਲੋਬਲ ਲੈਵਲ ਕਿ ਜਿਹਦੇ ਵਿੱਚ ਆਮ ਨਾਗਰਿਕ ਹੋਣ, ਮਤਲਬ ਇਟ ਸ਼ੁੱਡ ਨਾਟ ਬੀ ਓਨਲੀ ਕਨਫਾਈਨਡ ਟੂ ਜਸਟ ਐਨਜੀਓਜ਼। ਮਤਲਬ ਇੱਕ ਐਨਜੀਓ ਦਾ ਵੀ ਰੋਲ ਸਾਨੂੰ, ਮੈਂ ਇਹ ਨਹੀਂ ਕਹਿੰਦੀ ਕਿ ਐਨਜੀਓ ਦੇ ਰੋਲ ਨੂੰ ਤੁਸੀਂ ਮਿਨੀਮਮ ਕਰ ਦਿਓ। ਐਨਜੀਓ ਨੇ ਆਪਣਾ ਬਹੁਤ ਪੋਜ਼ਿਟਿਵ ਰੋਲ ਵੀ ਪਲੇ ਕੀਤਾ ਹੈ ਇਹਨੂੰ ਐਨਹਾਂਸ ਕਰਨ 'ਚ, ਇਹਨੂੰ ਪੋਪੂਲਰਾਈਜ਼ ਕਰਨ 'ਚ, ਬਟ ਲੈ ਦੇ ਕੇ ਐਨਜੀਓਜ਼ ਦੀ ਵੀ ਕੁਝ ਲਿਮਿਟੇਸ਼ਨਸ ਹੈ। ਮਤਲਬ ਵਾਈ ਸੱਚ ਇੰਨੀ ਵੱਡੀ ਫਰੀडम ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਐਨਜੀਓ ਦੇ ਮਤਲਬ ਉਹਨਾਂ ਤੱਕ ਹੀ ਸੀਮਿਤ ਕਿਉਂ ਰਹਿ ਜਾਵੇ? ਵਾਈ ਇਟ ਇਜ਼ ਨਾਟ ਗੋਇੰਗ ਬਿਯੋਂਡ ਐਨਜੀਓ? ਔਰ ਐਨਜੀਓ ਨੂੰ ਵੀ ਜਦੋਂ ਫੰਡਿੰਗ ਹੁੰਦੀ ਤਾਂ ਬਹੁਤ ਅਦਾਰੇ ਅਲੱਗ-ਅਲੱਗ ਕੰਟਰੋਲ ਕਰ ਰਹੇ ਹੁੰਦੇ, ਉਹ ਫਿਰ ਆਪਣੇ ਏਜੰਡਾਸ ਚਲਾ ਰਹੇ ਹੁੰਦੇ। ਯੈਸ, ਐਨਜੀਓਜ਼ ਨੂੰ ਜੋ ਸਪਾਂਸਰ ਕਰਦੇ ਨੇ ਉਹ ਉਹਨਾਂ ਦੇ ਥਰੂ ਆਪਣਾ ਏਜੰਡਾ ਚਲਾਉਂਦੇ ਨੇ, ਉਹਨਾਂ ਨੂੰ ਆਪਣੇ ਮਤਲਬ ਲਈ ਇਸਤੇਮਾਲ ਕਰਦੇ ਨੇ। ਸਾਡੇ ਸਾਰੇ ਪਵਿੱਤਰ ਗ੍ਰੰਥ ਜੇ ਦੇਖਿਆ ਜਾਵੇ ਤਾਂ ਬਾਟਮ ਲਾਈਨ ਇਹੀ ਹੈ ਕਿ ਉਹ ਹਿਊਮਨ ਰਾਈਟਸ ਦੀ ਹੀ ਗੱਲ ਕਰਦੇ ਨੇ, ਨੇਚਰ ਦੇ ਰਾਈਟਸ ਦੀ ਗੱਲ ਕਰਦੇ ਨੇ, ਐਨੀਮਲ ਰਾਈਟਸ ਦੀ ਗੱਲ ਕਰਦੇ ਨੇ, ਕੁਦਰਤ ਦੇ ਸਾਰੇ ਜੀਵ ਜੰਤੂਆਂ ਦੀ, ਇਨਸਾਨ ਦੀ, ਸਭ ਦੇ ਰਾਈਟਸ ਦੀ ਗੱਲ ਕਰਦੇ ਨੇ। ਪਰ ਜਿਹੜੇ ਇਹ ਪਿਰਾਮਿਡ ਬਣਿਆ ਹੈ ਔਰ ਜਿਹੜੇ ਟੌਪ ਤੇ 1% ਬੈਠੇ ਨੇ ਉਹ ਸਿਰਫ ਆਪਣੇ ਰਾਈਟਸ ਦੀ ਗੱਲ ਕਰਦੇ ਨੇ। ਉਹ 1% ਕੰਟਰੋਲ ਕਰਦੇ ਨੇ, ਬਾਕੀ 99% ਨੂੰ ਉਹ 1% ਤੈਅ ਕਰਦੇ ਨੇ ਕਿ ਬਾਕੀ 99% ਕਿਸ ਤਰ੍ਹਾਂ ਦਾ ਜੀਵਨ ਜੀਉਣਗੇ ਤੇ ਉਹਨਾਂ ਦੇ ਰਾਈਟਸ ਦਾ ਕੀ ਬਣ ਸਕਦਾ ਹੈ। ਉਹ ਬਲਕਿ ਉਹ 1% ਸਿਰਫ ਆਪਣੇ ਰਾਈਟਸ ਨੂੰ ਦੇਖਦੇ ਨੇ ਔਰ ਉਹਨਾਂ ਦੇ ਹੱਥ ਦੇ ਵਿੱਚ ਦੁਨੀਆ ਦੀ ਮੈਕਸਿਮਮ ਦੌਲਤ ਹੈ, ਮੈਕਸਿਮਮ ਪਾਵਰ ਹੈ। ਉਹ ਹਮੇਸ਼ਾ ਲਿਵਿੰਗ ਫॉर ਐਕਸੈਸ, ਇਹ ਉਹਨਾਂ ਦਾ ਏਜੰਡਾ ਹੈ। ਔਰ ਇੱਥੇ ਇੱਕ ਗੱਲ ਹੋਰ ਐਡ ਕਰਨਾ ਚਾਹੂੰਗੀ। ਤੁਸੀਂ ਹੁਣੀ ਅਸੀਂ ਯੂਕਰੇਨ ਵਾਰ ਦੀ ਗੱਲ ਕੀਤੀ। ਤੁਹਾਨੂੰ ਪਤਾ ਅੱਜ ਤੋਂ 8-9 ਮਹੀਨੇ ਪਹਿਲੇ ਯੂਐਸਐਸਆਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਹਿਊਮਨ ਰਾਈਟ ਕਾਉਂਸਲ ਵਿੱਚੋਂ। ਰਸ਼ੀਆ ਇਜ਼ ਦੀ ਸੈਕੰਡ ਕੰਟਰੀ ਔਰ ਪਹਿਲਾ ਕੰਟਰੀ ਜਿਹੜਾ ਸੀ ਲਿਬੀਆ। ਹੁਣ ਇਹਨਾਂ ਨੂੰ ਸਸਪੈਂਡ ਕਰ ਦਿੱਤਾ, ਸੈਂਕਸ਼ਨ ਲਾ ਦਿੱਤੇ। ਕੀ ਉਹਦਾ ਅਸਰ ਹੋ ਰਿਹਾ? ਇਹ ਇਦਾਂ ਦੀਆਂ ਮਤਲਬ ਕਿਉਂ ਲੋਲੀਪੌਪਸ ਦੇ ਰਹੇ ਨੇ ਲੋਕਾਂ ਨੂੰ? ਉਹ ਕਹਿੰਦੇ ਨੇ ਨਾ ਕਿ ਮੇਰੇ ਸਾਹਮਣੇ ਹਮੇਸ਼ਾ ਸਾਰਾ ਦਿਨ ਤਮਾਸ਼ਾ ਚੱਲਦਾ ਰਹਿੰਦਾ, ਇਹ ਡਰਾਮੇਬਾਜ਼ੀ ਚੱਲਦੀ ਰਹਿੰਦੀ ਹੈ। ਸੋ ਇਹ ਸਭ ਤਮਾਸ਼ਾ, ਇਹ ਡਰਾਮੇਬਾਜ਼ੀ ਆ। ਹਿਊਮਨ ਰਾਈਟਸ ਦਾ ਅਸੀਂ ਜੋ ਹਾਲ ਕੀਤਾ, ਅਸੀਂ ਧੱਜੀਆਂ ਉਡਾਈਆਂ ਹੋਈਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਮੈਮ ਆਸ਼ਿਮਾ ਜੀ, ਤੁਸੀਂ ਇਸ ਸਬਜੈਕਟ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ। ਥੈਂਕ ਯੂ ਸੋ ਮਚ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।